ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ YouTube ਚੈਨਲ ਪੰਜਾਬੀ ਸਟੋਰੀਟੇਸ਼ਨ ਤੇ ਮੈਂ ਤੁਹਾਡੀ ਜੱਸੀ ਸੰਧੂ। ਅੱਜ ਦੇ ਪੋਡਕਾਸਟ ਵਿੱਚ ਤੁਸੀਂ ਸੁਣੋਗੇ ਗੁਰਬਖਸ਼ ਸਿੰਘ ਪ੍ਰੀਤਲੜੀ ਜੀ ਦੀ ਲਿਖੀ ਹੋਈ ਬਹੁਤ ਹੀ ਪਿਆਰੀ ਕਹਾਣੀ ਕੇਰੂ 10 ਨੰਬਰੀਆ। ਮੈਂ ਤੇ ਮੇਰੀ ਪਤਨੀ ਚੁਰਾਕੇ ਹੀ ਸ਼ਹਿਰੋਂ ਵਿਹਲੇ ਹੋਏ। ਸੂਰਜ ਡੁੱਬ ਚੁੱਕਾ ਤੇ ਸਾਵਣ ਦੀ ਕਿਣਮਿਣ ਹੋ ਰਹੀ ਸੀ, ਪਰ ਸਾਡੇ ਕੋਲ ਜੀਪ ਸੀ। 15 ਮੀਲ ਪੱਕੀ ਸੜਕ ਦੀ ਅਸਾਂ ਝੱਟ ਮੁਕਾ ਲਏ। ਇੱਥੋਂ ਸਾਡਾ ਪਿੰਡ 1.25 ਮੀਲ ਸੀ। ਰਸਤਾ ਪਰ ਕੱਚਾ ਸੀ। ਮਸਾਂ 2 ਪੈਲੀਆਂ ਦੀ ਵਾਟ ਕੱਚੇ ਉੱਤੇ ਗਏ ਹੋਵਾਂਗੇ ਕਿ ਬੱਦਲ ਵਰੇ ਕਾਹਨੂੰ ਪਾਟ ਹੀ ਪਏ। ਕੱਚੀ ਸੜਕ ਦੀ ਲੀਕ ਲੋਕੀ ਤੇ ਪਹੀਆ ਕਿਸੇ ਟੋਏ ਵਿੱਚ ਇਹੋ ਜਿਹਾ ਫਸਿਆ ਕਿ ਹਾਰ ਕੇ ਮੈਨੂੰ ਇੰਜਣ ਬੰਦ ਕਰਨਾ ਪਿਆ। ਉਸੇ ਵੇਲੇ ਸੜਕ ਦੇ ਬੰਨਿਓ ਆਵਾਜ਼ ਆਈ, ਇਸ ਤੂਫਾਨ ਵਿੱਚ ਸਰਦਾਰ ਜੀ। ਮੈਂ ਤੱਕਿਆ, ਕੋਈ ਲੰਮਾ ਝਮਾ ਆਦਮੀ ਸਿਰ ਤੇ ਬੋਰੀ ਪਾਈ ਸਾਡੇ ਵੱਲ ਆ ਰਿਹਾ ਸੀ। ਪਛਾਣਿਆ ਨਹੀਂ? ਉਸ ਨੇੜੇ ਪਹੁੰਚ ਕੇ ਆਖਿਆ। ਮੈਂ ਕੇਰੂ। ਦੱਸੋ ਜੀ, ਮੈਂ ਕੀ ਕਰ ਸਕਦਾ ਹੋਵਾਂ? ਕੇਰੂ ਦਾ ਨਾਂ ਸੁਣਦਿਆਂ ਸਾਰ ਮੇਰੀਆਂ ਅੱਖਾਂ ਅੱਗੋਂ ਕਈ ਕਤਲ, ਕਈ ਲੁੱਟੇ ਮੁਸਾਫਰ, ਕਈ ਚੋਰੀਆਂ, ਕਈ ਡਾਕੇ ਫਿਰ ਗਏ। ਸਾਡੀ ਨਵਵਿਆਹੀ ਕੁੜੀ ਨੇ ਚੋਰੀਆਂ ਦੇ ਡਰੋਂ ਇੱਕ ਟਰੰਕ ਸਾਡੇ ਨਾਲ ਧਰ ਦਿੱਤਾ ਸੀ। ਇਹ ਮੇਰਾ ਖਿਆਲ ਇੱਕ ਖਿਣ ਦੀ ਗੱਲ ਹੋਵੇਗੀ, ਕਿਉਂਕਿ ਝੱਟ ਸਾਵਧਾਨ ਹੋ ਕੇ ਮੈਂ ਕੇਰੂ ਨੂੰ ਉੱਤਰ ਦਿੱਤਾ, ਬੜੀ ਮਿਹਰਬਾਨੀ ਕੇਰ ਸਿੰਘ ਜੀ, ਮੈਂ ਇਸ ਵੇਲੇ ਆਪਣੇ ਮੂਰਖਪਣੇ ਤੋਂ ਸ਼ਰਮਿੰਦਾ ਹਾਂ। ਜੋ ਤੁਹਾਨੂੰ ਸੁਝੇ ਕਰੋ, ਤੁਹਾਡੇ ਗੋਚਰੇ ਹਾਂ। ਫਿਰ ਚਲੋ ਤੁਸੀਂ ਮੇਰੇ ਨਾਲ। ਤੁਸੀਂ ਸੁਣਿਆ ਹੀ ਹੋਵੇਗਾ ਮੈਂ ਪਿੰਡ ਵਿੱਚ ਨਹੀਂ ਰਹਿੰਦਾ। ਇੱਥੇ ਖੂਹ ਉੱਤੇ ਹਵੇਲੀ ਬਣਾ ਲਈ ਆ। ਮੇਰੀ ਜ਼ਿਮੀ ਤੇ ਇਹ ਸੜਕ ਦੀ ਹੱਦ ਸਾਂਝੀ ਆ। ਆਪਣੇ ਮਨ ਨਾਲ ਮੈਂ ਝੱਟ ਫੈਸਲਾ ਕਰ ਲਿਆ ਤੇ ਹੱਥ ਨਾਲ ਘੁੱਟ ਕੇ ਆਪਣੀ ਪਤਨੀ ਦੀ ਖਾਮੋਸ਼ ਸਲਾਹ ਵੀ ਲੈ ਲਈ ਕਿ ਜੋ ਕੇਰੂ ਸਾਡੇ ਨਾਲ ਕਰਨਾ ਚਾਹੇ ਉਹ ਸੜਕ 'ਤੇ ਵੀ ਕਰ ਸਕਦਾ ਹੈ ਤੇ ਘਰ ਲਿਜਾ ਕੇ ਵੀ ਕਰ ਸਕਦਾ। ਰਾਤ ਹਨੇਰੀ ਤੇ ਮੀਂਹ ਛੱਜੀ ਖਾਰੀ ਪੈ ਰਿਹਾ ਸੀ। ਪਰ ਕੇਰ ਸਿੰਘ ਜੀ, ਇੱਕ ਟਰੰਕ ਹਵੇਲੀ ਖੜਨਾ ਹੋਵੇਗਾ, ਲਿਆਓ ਫੜਾਓ। ਤੇ ਉਸਨੇ ਸਿਰੋਂ ਬੋਰੀ ਲਾ ਕੇ ਹੱਥ ਪਾ ਕੇ ਟਰੰਕ ਆਪਣੇ ਸਿਰ ਧਰਾ ਲਿਆ ਤੇ ਉੱਪਰ ਬੋਰੀ ਪਾ ਲਈ। ਅਸੀਂ ਦੋਵੇਂ ਇੱਕ ਦੂਜੇ ਨੂੰ ਆਸਰਾ ਦਿੰਦੇ ਉਹਦੇ ਪਿੱਛੇ ਹੋ ਲਏ। ਹਵੇਲੀ ਦਾ ਬੂਹਾ ਕੇਰੂ ਨੇ ਬੜੇ ਢੰਗ ਨਾਲ ਖੜਕਾਇਆ। ਪਹਿਲਾਂ 3 ਇਕੱਠੀਆਂ ਠੋਕਰਾਂ, ਫਿਰ ਇੱਕ ਜ਼ੋਰ ਨਾਲ ਨਖੇੜ ਕੇ ਅੰਦਰੋਂ ਬੂਹਾ ਖੁੱਲਿਆ। ਨਵੇਂ ਨਗਰ ਦੇ ਵੱਡੇ ਸਰਦਾਰ ਹੋਰੀ, ਕੇਰੂ ਨੇ ਆਖਿਆ ਤੇ ਬੂਹਾ ਖੋਲ੍ਹਣ ਵਾਲੀ ਨੇ ਰੱਖ ਸਾਈਂ ਦੀ ਆ ਕੇ ਮੇਰੀ ਪਤਨੀ ਦਾ ਹੱਥ ਫੜ ਲਿਆ। ਦੂਜੀ ਉਹਦੇ ਹੱਥ ਵਿੱਚ ਲਾਲਟੈਨ ਸੀ। ਇੱਕ ਪਸਾਰ ਵਿੱਚ ਕੇਰੂ ਨੇ 2 ਮੰਜੇ ਢਾਹ ਦਿੱਤੇ। ਇਸਤਰੀ ਨੇ ਸੰਦੂਕ ਵਿੱਚੋਂ 2 ਖੇਸ ਕੱਢ ਕੇ ਉੱਪਰ ਵਿਛਾ ਦਿੱਤੇ। ਕੋਈ ਸੁਕਰਨੀ ਸੀ ਇਹ ਇਸਤਰੀ। ਕਿਸ ਤਰ੍ਹਾਂ 2 ਨੁੱਕਰਾਂ ਤੋਂ ਛੰਡ ਕੇ ਖੇਸ ਸਰਾਂਦੀਓਂ ਪੁਆਂਦੀ ਪਹੁੰਚਾ ਦਿੱਤਾ ਤੇ ਸਰਾਂਦੀਓਂ ਪੁਆਂਦੀ ਜਾ ਕੇ 4 ਹੱਥ ਫੇਰਿਆ, ਵਿੱਚ ਸਾਰੇ ਵੱਟ ਕੱਢ ਦਿੱਤੇ। ਹਵਾ ਨਾਲ ਕੁਝ ਕਾਲੀ ਹੋਈ ਬੱਤੀ ਦੀ ਰੋਸ਼ਨੀ ਵਿੱਚ ਨਕਸ਼ ਬਹੁਤੇ ਸਾਫ਼ ਨਹੀਂ ਸਨ ਦਿਸਦੇ, ਪਰ ਇਸਤਰੀ ਦੇ ਕੱਦ ਕਾਠ ਤੇ ਚਾਲ ਢਾਲ ਵਿੱਚ ਇਹੋ ਜਿਹਾ ਕੁਛ ਸੀ ਕਿ ਉਹਦੇ ਨੂੰ ਵੇਖਣਾ ਮੈਨੂੰ ਚੰਗਾ ਲੱਗਦਾ ਸੀ। ਹੁਣ ਮੈਂ ਤੁਹਾਡੇ ਲਈ ਰੋਟੀਆਂ ਲਾ ਦਿੰਦੀ ਹਾਂ, ਤੁਸੀਂ ਰੋਟੀ ਦੀ ਖੇਚਲ ਨਾ ਕਰੋ, ਮੇਰੀ ਪਤਨੀ ਨੇ ਆਖਿਆ। ਖੇਚਲ? ਕਦੀ ਗੱਡੀ ਫਸੀ ਆਈ? ਤੁਸਾਂ ਸਾਡੇ ਘਰ ਆਉਣਾ ਹੋਇਆ, ਆਟਾ ਗੁੱਦਾ ਸਲੂਣਾ ਰਿੱਧਾ ਪਿਆ, ਇਹ ਕਹਿੰਦੀ ਤੇ ਮੁਸਕਰਾਉਂਦੀ ਉਹ ਰਸੋਈ ਵੱਲ ਚਲੀ ਗਈ ਤੇ ਮੈਂ ਬੂਹਾ 'ਚ ਨਾ ਵੇਖ ਆਵਾਂ। ਕੇਰੂ ਵੀ ਚਲਾ ਗਿਆ। ਅਸੀਂ ਦੋਵਾਂ ਨੇ ਹੌਲੀ ਹੌਲੀ ਘੁਸਰ ਵਿੱਚ ਇੱਕ ਦੂਜੇ ਦਾ ਦਿਲ ਪੁੱਛਿਆ। ਡਰ ਵੀ ਸੀ, ਪਰ ਮਾੜੇ ਵੀ ਉਹ ਨਹੀਂ ਸਨ ਲੱਗੇ। ਰੋਟੀ ਖਾਧੀ ਗਈ। ਇਸਤਰੀ ਭਾਂਡਾ ਟੀਂਡਾ ਸਾਂਭਣ ਚਲੀ ਗਈ। ਕੇਰੂ ਵੀ ਇਹ ਆਖ ਕੇ ਕਿ ਤੁਸੀਂ ਥੱਕੇ ਹੋ, ਆਰਾਮ ਕਰੋ, ਸਾਨੂੰ ਛੱਡ ਗਿਆ। ਜਿਹੜੀਆਂ ਗੱਲਾਂ ਬਹੁਤੀਆਂ ਸਾਡੇ ਮਨ ਵਿੱਚ ਸਨ ਉਹ ਅਸੀਂ ਉਸ ਘਰ ਵਿੱਚ ਨਹੀਂ ਕਰ ਸਕਦੇ। ਚੁੱਪ ਕਰਕੇ ਲੰਮੇ ਪੈ ਗਈ। ਮੇਰੀ ਪਤਨੀ ਦੀ ਨੀਂਦ ਚੰਗੀ ਆ, ਉਹ 5-10 ਮਿੰਟਾਂ ਵਿੱਚ ਹੀ ਸੌਂ ਗਈ, ਪਰ ਮੈਂ ਹਰ ਨਿੱਕੇ ਜਿਹੇ ਖੜਾਕ ਉੱਤੇ ਵੀ ਅੱਖਾਂ ਖੋਲ੍ਹ ਲੈਂਦਾ ਸਾਂ। ਇੱਕ ਵਾਰੀ ਕੀ ਵੇਖਦਾ ਹਾਂ ਕਿ ਕੇਰੂ ਬੂਹੇ ਅੱਗੇ ਢਾਰੇ ਵਿੱਚ ਖੜਾ ਏ ਤੇ ਉਹਦੀ ਪਿੱਠ ਸਾਡੇ ਵੱਲ। ਮੈਂ ਤੱਕਦਾ ਰਿਹਾ। ਉਹ ਚਲਾ ਗਿਆ। ਅੱਧੇ ਘੰਟੇ ਬਾਅਦ ਫਿਰ ਮੈਨੂੰ ਇਉਂ ਜਾਪਿਆ, ਮੈਂ ਅੱਖਾਂ ਖੋਲ੍ਹੀਆਂ, ਮੇਰਾ ਤਰਾਹ ਨਿਕਲ ਗਿਆ। ਕੇਰੂ ਫਿਰ ਬੂਹੇ ਵਿੱਚ ਖੜੋਤਾ ਸੀ। ਐਤਕੀ ਮੇਰੇ ਵੱਲ ਤੱਕ ਰਿਹਾ ਸੀ। ਮੈਂ ਉੱਠ ਕੇ ਬਹਿ ਗਿਆ। ਕਿਉਂ ਸਰਦਾਰ ਜੀ, ਨੀਂਦਰ ਨਹੀਂ ਆਉਂਦੀ? ਉਸਨੇ ਪੁੱਛਿਆ। ਓਪਰੇ ਤਾਂ ਮੈਨੂੰ ਘੱਟ ਹੀ ਨੀਂਦ ਆਉਂਦੀ। ਮੈਂ ਵੇਂਦਾ ਸਾਂ ਮੀਂਹ ਕਿੰਨਾ ਕੁ ਪੈ ਰਿਹਾ, ਪਰ ਤੁਸੀਂ ਕੇਰ ਸਿੰਘ ਜੀ ਅਜੇ ਤੱਕ ਕਿਉਂ ਨਹੀਂ ਸੁੱਤੇ? ਮੈਂ ਆਪਣਾ ਡਰ ਛੁਪਾਉਣ ਲਈ ਪੁੱਛਿਆ। ਮੈਂ ਤਾਂ ਸਰਦਾਰ ਜੀ ਅੱਜ ਸੌਣਾ ਹੀ ਨਹੀਂ। ਮੈਨੂੰ ਕੁੜੀ ਦੇ ਟਰੰਕ ਦਾ ਖਿਆਲ ਆਇਆ। ਜੇ ਨਾ ਲਿਆਂਦਾ ਹੁੰਦਾ ਸਾਨੂੰ ਕਿਸੇ ਨੇ ਕੀ ਆਖਣਾ ਸੀ? ਉਹ ਕਿਉਂ? ਤੁਸੀਂ ਅੱਜ ਕਿਉਂ ਨਹੀਂ ਸੌਣਾ? ਮੈਂ ਪੁੱਛਿਆ। ਅੱਜ ਮੇਰੇ ਘਰ ਇੱਕ ਬੜੀ ਮਹਿੰਗੀ ਅਮਾਨਤ ਹੈ। ਮੈਂ ਦੁਸ਼ਮਣਦਾਰ ਆਦਮੀ ਹਾਂ। ਜੇ ਮੇਰੇ ਘਰ ਵਿੱਚ ਤੁਹਾਨੂੰ ਕੋਈ ਹਰਜ ਹੋ ਜਾਵੇ
ਤਾਂ ਮੈਂ ਕਿਹੜੇ ਮੂੰਹ ਜੀਵਾਂਗਾ। ਉਸ ਦੀ ਆਵਾਜ਼ ਵਿੱਚ ਸੱਚਾਈ ਦੀ ਠਣਕ ਸੀ। ਤੁਸੀਂ ਕਿੱਡੇ ਚੰਗੇ ਹੋ ਕੀਰ ਸਿੰਘ ਜੀ। ਪਰ ਮਨ ਵਿੱਚ ਉਹਦੀ 10 ਨੰਬਰੀ ਸ਼ੋਹਰਤ ਨਾਲ ਮੈਂ ਉਹਦਾ ਰਵੱਈਆ ਮੇਲ ਰਿਹਾ ਸਾਂ। ਚੰਗਾ ਜਿਹੜਾ ਮੈਂ ਹਾਂ ਜੱਗ ਜਾਣਦਾ, ਪਰ ਅੱਜ ਆਪਣੇ ਮਹਿਮਾਨ ਦੇ ਇੱਕ ਵਾਲ ਤੋਂ ਵੀ ਜਾਨ ਲੜਾ ਦੇਣਾ ਮੇਰਾ ਧਰਮ ਹੈ। ਬੜਾ ਬੱਦਲ ਲਿਸ਼ਕਿਆ। ਕਿਹੋ ਜਿਹਾ ਸ਼ਾਨਦਾਰ ਉਹਦਾ ਜੁੱਸਾ। ਮਨ ਵਿੱਚ ਮੈਂ ਆਖਿਆ, ਜਿੱਦਾਂ ਇਹ ਆਦਮੀ ਯਾਰ ਹੋਵੇ। ਤੇ ਉੱਚੀ ਮੇਰੇ ਮੂੰਹੋਂ ਨਿਕਲਿਆ, ਜੇ ਕੀਰ ਸਿੰਘ ਜੀ ਤੁਸੀਂ ਅੱਜ ਸੌਣਾ ਨਹੀਂ ਤੇ ਆ ਜਾਓ, ਆਪਾਂ ਗੱਲਾਂ ਕਰਦੇ ਹਾਂ। ਇਕੱਠੇ ਹੀ ਜਾਗੀਏ ਫਿਰ। ਉਹ ਅੰਦਰ ਆ ਗਿਆ। ਪਰ ਮਾਤਾ ਜੀ ਸੁੱਤੇ ਪਏ ਨੇ, ਇਹਨਾਂ ਦਾ ਤੁਸੀਂ ਫਿਕਰ ਨਾ ਕਰੋ। ਪਹਿਲੇ ਵੇਲੇ ਜਦੋਂ ਇਹਨਾਂ ਦੀ ਅੱਖ ਲੱਗ ਜਾਏ ਫਿਰ ਗੱਲਾਂ ਤਾਂ ਕੀ ਕੋਈ ਧਮ ਧਮਾਕਾ ਵੀ ਇਹਨਾਂ ਨੂੰ ਜਗਾ ਨਹੀਂ ਸਕਦਾ। ਮੁਸਕਰਾ ਕੇ ਉਹ ਮੇਰੇ ਨਾਲ ਮੰਜੀ ਉੱਤੇ ਬਹਿ ਗਿਆ। ਉਹਦੇ ਸਾਹਮਣੇ ਕਿੱਲੀ ਨਾਲ ਟੰਗੀ ਹੱਥ ਬੱਤੀ ਬਲ ਰਹੀ ਸੀ। ਸੁਣਾਓ ਕੀਰ ਸਿੰਘ ਜੀ। ਮੈਂ ਆਖਿਆ, ਕੋਈ ਆਪਣੀ ਜ਼ਿੰਦਗੀ ਦੀ ਘਟਨਾ। ਉਹ ਕਾਹਦੀ ਮੇਰੀ ਜ਼ਿੰਦਗੀ। ਉਸ ਹੌਕਾ ਭਰ ਕੇ ਆਖਿਆ, ਜ਼ੋਰ ਜ਼ਬਰ ਦਾ ਖੂਨੀ ਹੰਗਾਮਾ ਏ। ਸ਼ਰਮ ਆਵੇ ਸੁਣਾਉਂਦਿਆਂ। ਹਾਂ ਬੰਸੋ, ਮੇਰੀ ਘਰਵਾਲੀ ਦੀ ਕਹਾਣੀ ਹੈ ਜਿਹੜੀ ਸੁਣਾਉਣ ਨੂੰ ਮੇਰਾ ਜੀ ਔੜਦਾ ਰਹਿੰਦਾ ਏ। ਉਹੀ ਸੁਣਾਓ, ਆਪਣੀ ਵੀ ਸੁਣਾਓ, ਸ਼ਰਮਾਓ ਨਾ। ਕਈ ਵਾਰੀ ਸਾਡੀ ਜ਼ਿੰਦਗੀ ਸਾਡੇ ਆਪਣੇ ਇਰਾਦਿਆਂ ਦੀ ਤਸਵੀਰ ਨਹੀਂ ਹੁੰਦੀ, ਸਾਡੇ ਆਲੇ ਦੁਆਲਿਓਂ ਪੈਦਾ ਹੋਈ ਮਜਬੂਰੀ ਹੁੰਦੀ ਆ। ਮੈਂ ਕੀਰੂ ਨੂੰ ਪੁਆਨ ਤੋਂ ਅਗਾਹ ਹੋ ਕੇ ਬੈਠਣ ਲਈ ਆਖਿਆ, ਮੇਰੇ ਕਿਸੇ ਤੁਸੀਂ ਕਈ ਸੁਣੇ ਹੋਣਗੇ। 100 ਵਿਗੇ ਬਾਪੂ ਦੀ ਜ਼ਮੀਨ ਸੀ, ਭਰਾ 2 ਹੀ ਹਾਂ, ਕੰਮ ਕਦੇ ਕੀਤਾ ਨਾ। 8ਵੀਂ ਉੱਠ ਬੈਠਾ, ਸੇਪੀਆਂ ਮੁਜਾਰਿਆਂ ਦੀ ਮੁਟਿਆਰ ਜਿਹੜੀ ਚੰਗੀ ਲੱਗੀ ਉਸ ਨੂੰ ਚੰਗਿਆ ਰਹਿਣ ਨਾ ਦਿੱਤਾ। ਹੱਡ ਪੈਰ ਨਰੋਏ ਸਨ। ਭਲਵਾਨ ਆ ਕੇ ਲੋਕਾਂ ਭੂਏ ਚਾੜ ਦਿੱਤਾ। ਫਿਰ ਸਰਦਾਰ ਜੀ ਮੈਂ ਕੀ ਨਹੀਂ ਕੀਤਾ। ਪੈਂਚ ਸਾਡਾ ਚੰਗਾ ਸੀ ਪਰ ਟੋਕਦਾ ਬਹੁਤ ਸੀ। ਗੁੱਸਾ ਲੱਗਾ, ਦਿਨ ਦੀ ਵੀ ਵੱਢ ਸੁੱਟਿਆ। ਗਵਾਹੀ ਕਿਹਦੀ ਮਜਾਲ ਸੀ ਦਿੰਦਾ। 10 ਵੇਰੇ ਕਹਿ ਦੋਈ ਕੱਟ ਕੇ ਛੋਟਾ ਆ। ਤੇ ਜੇ ਬੰਸੋ ਕਿਤਿਓਂ ਰੱਬੋਂ ਉੱਡ ਕੇ ਮੇਰੇ ਘਰ ਨਾ ਆ ਜਾਂਦੀ ਤਾਂ ਪਤਾ ਨਹੀਂ ਕੌਣ ਮੇਰੇ ਹੱਥੋਂ ਮੋਇਆ ਹੁੰਦਾ, ਜਾਂ ਕਿਹਦੇ ਹੱਥੋਂ ਮੇਰਾ ਢਿੱਡ ਪਾਟ ਗਿਆ ਹੁੰਦਾ। ਇਹ ਕਹਿੰਦਾ ਉੱਠ ਕੇ ਉਹ ਡੰਗਰਾਂ ਵਾਲੇ ਕੋਠੇ ਵੱਲ ਚਲਾ ਗਿਆ ਤੇ ਮੁੜ ਕੇ ਚੰਗੀ ਤਰ੍ਹਾਂ ਬਹਿ ਕੇ ਉਸ ਗੱਲ ਸ਼ੁਰੂ ਕੀਤੀ। ਐ ਬੰਸੋ, ਮੇਰੀ ਘਰ ਵਾਲੀ ਮੁਸਲਮਾਨ ਲੋਹਾਰਾਂ ਦੀ ਧੀ ਏ। ਅਨੈਤੀ ਇਹਦਾ ਨਾਂ ਸੀ। ਪਿੰਡ ਇਹਨਾਂ ਦਾ ਸ਼ਹਿਰ ਦੇ ਨੇੜੇ ਸੀ। ਜਦੋਂ ਇਹਨੂੰ ਜਵਾਨੀ ਆਈ ਪਿੰਡ ਵਿੱਚ ਗੋਗਾ ਮੱਚ ਗਿਆ। ਇਹਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ। ਕਈ ਅੱਖਾਂ ਤਾੜੇ ਲੱਗੀਆਂ ਰਹਿੰਦੀਆਂ। ਲੰਬੜਾਂ ਦਾ ਛੋਟਾ ਤਾਂ ਸ਼ੁਦਾਈ ਹੋਇਆ ਫਿਰਦਾ ਸੀ। ਸੋਹਣਾ ਉਹ ਵੀ ਦਰਸ਼ਨੀ ਸੀ। ਅਨੈਤੀ ਦੇ ਪਿਓ ਨੇ ਤੰਗ ਆ ਕੇ ਇਹਨੂੰ ਮੰਗ ਦਿੱਤਾ, ਪਰ ਸਾਕ ਐਵੇਂ ਕਿਵੇਂ ਹੀ ਢੂੰਡਿਆ। ਦੁਹਾਜੂ ਮਾਰੜਾ ਜਿਹਾ। ਕਹਿੰਦੇ ਨੇ 2-250 ਲੈ ਲਿਆ ਸਾਸੂ। ਅਨੈਤੀ ਦੇ ਅੰਦਰ ਕੋਈ ਤੂਫਾਨ ਉੱਠਿਆ ਹੋਇਆ ਸੀ। ਪਿਓ ਉੱਤੇ ਬੜਾ ਗੁੱਸਾ ਚੜਿਆ। 250 ਰੁਪਈਆ ਮੈਨੂੰ ਵਿਆਹੁੰਦਾ ਖਾਂ ਕਿਸੇ ਬੰਦੇ ਨਾਲ। ਜੇ 2500 ਇਹਦੇ ਹੱਥ ਨਾਲ ਲਿਆ ਫੜਾਂਦੀ। ਵਿਆਹ ਦੀ ਆਵਾਜ਼ ਉੱਡੀ। 2 ਦਿਨ ਅਨੈਤੀ ਨੇ ਕੁਝ ਨਾ ਖਾਧਾ। ਤੀਜੇ ਦਿਨ ਲੰਬੜਾਂ ਦਾ ਕੈਲਾ ਕਿਤੇ ਟੱਕਰ ਪਿਆ। ਬੜੇ ਤਰਲੇ ਕੱਢਣ ਲੱਗਾ। ਅਨੈਤੀ ਸਿੱਧਾ ਨੱਕ ਫੜਨ ਵਾਲੀ ਕੁੜੀ ਸੀ। ਕੈਲਿਆ, ਸੱਚੀ ਦੱਸ, ਕੋਈ ਪਿਆਰ ਉੱਠਿਆ ਹੀ? ਕਿਵੇਂ ਕਮੀਨਾ ਦੀ ਕੁੜੀ ਨਾਲ ਟੱਕਰਾਂ ਮਾਰਨ ਲਈ ਆਫਰਿਆ ਫਿਰਨਾ ਏ? ਕੈਲੇ ਨੇ ਕਈ ਵਾਰੀ ਢਾਣੀ ਵਿੱਚ ਸ਼ੇਖੀ ਮਾਰੀ ਸੀ। ਮੇਰੀ ਲੋਹਾਰੀ ਨਾਲ ਦੁਨੀਆ ਦੀ ਕੋਈ ਜੱਟੀ ਖਿਲਾਰ ਲਵੇ। ਫਿਰ ਕੈਲਿਆ, ਤੂੰ ਤੋਲ ਲਿਆ ਆਪਣਾ ਪਾਸਾ, ਮੈਂ ਤਿਆਰ ਹਾਂ, ਪਰ ਕਰਨੀ ਛੇਤੀ ਹੋਊਗੀ। ਵਿਆਹ ਦੀਆਂ ਗੱਲਾਂ ਪਈਆਂ ਹੁੰਦੀਆਂ ਨੇ। ਜੰਜ ਨੇ ਅੱਜ ਆਉਣਾ ਸੀ। ਪਿੰਡ ਵਿੱਚ ਦਿਨ ਚੜ੍ਹਦਿਆਂ ਹੀ ਬਾਹਰ ਪੈ ਗਈ। ਨੈਤੀ ਕੈਲੇ ਨਾਲ ਨੱਸ ਗਈ। ਕੈਲੇ ਦੇ ਭਰਾ ਬੜੇ ਰਾਣੀ ਖਾਂ ਜੰਮੇ ਸਨ। ਉਹਦੀ ਕੁੜਮਾਈ ਉਹਨਾਂ ਕਿਸੇ ਕੜੇ ਕਪਤਾਨ ਦੇ ਘਰ ਕੀਤੀ ਹੋਈ ਸੀ। ਆਖਣ ਭਾਵੇਂ ਦੋਵੇਂ ਨਾ ਮਾਰਨੇ ਪੈਣ, ਘਰ ਨੂੰ ਕਲੰਕ ਨਹੀਂ ਲੱਗਣ ਦੇਣਾ। ਕੈਲੇ ਨੇ ਭਰਾਵਾਂ ਨੂੰ ਕਿਤੋਂ ਸੁਨੇਹਾ ਕਲਵਾਇਆ ਕਿ ਉਹ ਆਪਣਾ ਹਿੱਸਾ ਛੱਡ ਦੇਵੇਗਾ, ਦੂਰ ਦੁਰਾੜਾ ਚਲਾ ਜਾਵੇਗਾ। ਪਰ ਭਰਾਵਾਂ ਨੇ ਡਰਾਵੇ ਉੱਤੇ ਡਰਾਵੇ ਸੁੱਟਿਆ। ਕੁਝ ਮਹੀਨੇ ਖੁਆਰ ਹੋ ਕੇ ਉਹ ਮੇਰੇ ਕੋਲ ਆ ਗਿਆ। ਮੈਂ ਉਹਨੂੰ ਦਿਲਾਸਾ ਦਿੱਤਾ ਕਿ ਉਹਦੀ ਵਾਹ ਵੱਲ ਤਾਂ ਕੋਈ ਤੱਕੇ, ਪਰ ਉਹ ਹਾਰ ਚੁੱਕਿਆ ਸੀ। ਉਹ ਮੈਨੂੰ ਦੱਸਿਆ ਕਿ ਉਸਦੇ ਭਰਾ ਬੜੇ ਡਾਢੇ ਨੇ। ਉਹ ਉਹਨੂੰ ਕਿਤੇ ਵਸਣ ਨਹੀਂ ਦੇਣਗੇ। ਜਿਹੜੇ ਰੁਪਈਏ ਉਹ ਨਾਲ ਲਿਆਇਆ ਸੀ ਉਹ ਮੁੱਕ ਗਏ ਸਨ। ਉਹ ਅਨੈਤੀ ਨੂੰ ਕਿਸੇ ਚੰਗੇ ਆਦਮੀ ਦੇ ਹਵਾਲੇ ਕਰਕੇ ਕੁਝ ਲੈਣਾ ਚਾਹੁੰਦਾ ਸੀ। ਅਨੈਤੀ ਪਹਿਲੇ ਨਜ਼ਰੇ ਹੀ ਮੈਨੂੰ ਚੰਗੀ ਲੱਗ ਗਈ ਸੀ। 500 ਉਸ ਸੁਣਾਇਆ, ਮੈਂ ਮੰਨ ਲਿਆ, ਪਰ ਉਸ ਤਕੀਦ ਕੀਤੀ ਕਿ ਜਿੰਨਾ ਚਿਰ ਉਹ ਆਪ ਨਾ ਆਖੇ ਮੈਂ ਅਨੈਤੀ ਨੂੰ ਪਤਾ ਨਾ ਲੱਗਣ ਦਿਆਂ। ਅਨੈਤੀ ਨੂੰ ਕਿਸੇ ਤਰ੍ਹਾਂ ਦੀ ਭਿਣਕ ਪੈ ਗਈ ਕਿ ਕੈਲਾ ਉਹਨੂੰ ਵੇਚੂ ਸੀ। ਉਹ ਮੂੰਹ ਚੁਰਾਂਦਾ ਸੀ, ਪਰ ਅਨੈਤੀ ਨੇ ਇੱਕ ਦਿਨ ਫੜ ਕੇ ਮੇਰੇ ਕੋਲ ਬਹਾ ਲਿਆ। ਕੈਲਿਆ, ਮੈਂ ਸਭ ਕੁਝ ਸਮਝਣੀ ਆ, ਤੇਰੇ ਨਾਲ ਗੁੱਸੇ ਵੀ ਨਹੀਂ, ਪਰ ਜੇ ਤੂੰ ਮੈਨੂੰ ਰੱਖ ਨਾ ਸਕੇ, ਮੈਨੂੰ ਸੁੱਟੀ ਨਾ, ਮੈਨੂੰ ਆਪਣੇ ਹੱਥੀਂ ਮਾਰਦੀ। ਮੈਂ ਅਨੈਤੀ ਨੂੰ ਮਾਰ ਦਿਆਂ? ਤੂੰ ਆਖ ਮੈਂ ਆਪੇ ਮਰ ਜਾਵਾਂਗੀ। ਪਰ ਤੂੰ ਮਰੇ ਕਿਉਂ ਨਾ ਕਿਸੇ ਦਾ ਘਰ ਆਬਾਦ ਕਰੇ ਤੇ ਇਹਨਾਂ ਜ਼ਾਲਮ ਭਰਾਵਾਂ ਕੋਲੋਂ ਦੂਰ ਬਾਹਰ ਵਿੱਚ ਜਾ ਕੇ ਮੈਂ ਕੋਈ ਕੰਮ ਕਰਾਂ। ਹੁਣ ਮੇਰੇ ਕੋਲ ਤੈਨੂੰ ਪਤਾ ਹੈ 10 ਛਿੱਲੜ ਬਾਕੀ ਨਹੀਂ ਰਹੇ, ਤਾਂ ਤੂੰ ਮੇਰੇ ਪਾਸ
ਅੱਖਾਂ ਚੁੱਕ ਕੇ ਤੱਕਿਆ ਤਾਂ ਅਨੈਤੀ ਦੇ ਮੂੰਹ 'ਤੇ ਕੋਈ ਗੁੱਸਾ ਨਹੀਂ ਸੀ। ਐਉਂ ਨਾ ਆਖ ਅਨੈਤੀਏ, ਪਰ ਕਿਸੇ ਦੋਸਤ ਦੇ ਹਵਾਲੇ ਕਰਕੇ ਤੈਨੂੰ ਕੁਝ ਖਰਚ ਲਈ ਲੈ ਜਾਣਾ ਚਾਹੁੰਦਾ ਹਾਂ। ਉਹਨੂੰ ਜਦੋਂ ਹੋਇਆ ਮੋੜ ਦਿਆਂਗਾ। ਚੰਗਾ ਕਹਿ ਲਿਆ, ਤੂੰ ਬੇਸ਼ੱਕ ਮੇਰੇ ਪੈਸੇ ਵੱਟ ਲੈ, ਮੈਂ ਤੈਨੂੰ ਪਿਆਰ ਕੀਤਾ ਏ, ਤੇਰਾ ਕੁਝ ਸਵਾਰ ਕੇ ਮੈਂ ਰਾਜੀ ਹੋਵਾਂਗੀ, ਪਰ ਇੱਕ ਗੱਲ ਮੇਰੀ ਮੰਨ, ਮੇਰਾ ਗਾਹਕ ਮੈਨੂੰ ਵਿਖਾ ਦੇ, ਤੇ ਜੇ ਉਹ ਮੈਨੂੰ ਨਾ ਜਚਿਆ ਤਾਂ ਕਾਹਲੀ ਨਾ ਕਰੀ, ਤੈਨੂੰ ਬਹੁਤਾ ਉਡੀਕਣਾ ਨਹੀਂ ਪਏਗਾ। ਕੈਲੇ ਨੇ ਅਨੈਤੀ ਦੇ ਹੱਥ ਫੜ ਲਏ। ਨੈਤੀਏ, ਕੁਰਬਾਨ ਜਾਵਾਂ ਤੈਥੋਂ, ਸੱਚੀ ਮੈਂ ਤੇਰੇ ਲਾਇਕ ਨਹੀਂ ਸਾਂ। ਜੇਕਰ ਤੂੰ ਆਖੇ ਸ਼ਾਮੀ ਮੈਂ ਉਹਨੂੰ ਤੇਰੇ ਕੋਲ ਲਿਆਵਾਂਗਾ। ਕਦੀ ਕਿਸੇ ਹਾਕਮ ਸਾਹਮਣੇ ਹੁੰਦਿਆਂ ਮੈਂ ਚੁੱਕਿਆ ਨਹੀਂ, ਅੱਜ ਅਨੈਤੀ ਦੇ ਸਾਹਮਣੇ ਹੁੰਦਿਆਂ ਮੇਰੇ ਪੈਰ ਥੜਕਦੇ ਸਨ। ਫਾਂਸੀ ਦਾ ਫੈਸਲਾ ਸੁਣਨੋਂ ਮੈਂ ਘਬਰਾਇਆ ਨਹੀਂ, ਪਰ ਅਨੈਤੀ ਦਾ ਫੈਸਲਾ ਸੁਣਨੋਂ ਕੰਬ ਰਿਹਾ ਸਾਂ। ਕੇਰੂ ਦੀ ਜਿੱਦ ਅੱਗੇ ਸੜਾ ਸਾਊ ਨਾ ਕਦੇ ਖਲੋਤਾ। ਅੱਜ ਲੋਹਾਰੀ ਕੁੜੀ ਕੋਲੋਂ ਸੁਣਨਾ ਸੀ ਕਿ ਉਹਨੂੰ ਮਨਜ਼ੂਰ ਹਾਂ ਕਿ ਨਹੀਂ। ਜਦੋਂ ਅਸੀਂ ਅੰਦਰ ਵੜੇ, ਅਨੈਤੀ ਮੇਰੇ ਘਰ ਦੇ ਇੱਕ ਕੋਠੇ ਵਿੱਚ ਮੰਜੇ 'ਤੇ ਬੈਠੀ ਸੀ। ਅਸੀਂ ਉਹਦੇ ਸਾਹਮਣੇ ਮੰਜੇ 'ਤੇ ਬਹਿ ਗਏ। ਮੈਂ ਜਿਹੜਾ ਅੱਖਾਂ ਨਾਲ ਤੱਕ ਕੇ ਕੁੜੀਆਂ ਰਵਾ ਛੱਡਦਾ ਸਾਂ, ਅੱਜ ਅੱਖ ਚੁੱਕ ਕੇ ਇਸ ਕੁੜੀ ਵੱਲ ਵੇਖ ਨਹੀਂ ਸੀ ਸਕਦਾ। ਅਸੀਂ ਦੋਵੇਂ ਚੁੱਪ ਬੈਠੇ ਰਹੇ। ਉੜਕ ਅਨੈਤੀ ਬੋਲੀ, ਕਿਉਂ ਕਹਿ ਲਿਆ? ਇਹੀ ਤੇਰਾ ਚੰਗਾ ਜਾ ਰੇ? ਹਾਂ ਨੈਤੀਏ, ਇਹਨੂੰ ਮੈਂ ਆਪਣੇ ਨਾਲੋਂ ਵਧੇਰੇ ਤੇਰੇ ਲਾਇਕ ਸਮਝਣਾ ਵਾਂ, ਪਰ ਇਹਦੇ ਮਾਪੇ ਤਾਂ ਮੈਂ ਸੁਣਿਆ ਏ ਬਰਾਦਰੀ ਵਿੱਚ ਇਹਦਾ ਵਿਆਹ ਕਰੂ ਫਿਰਦੇ ਨੇ। ਇਸ ਬੋਲ ਵਿੱਚ ਨਾ ਮਨਜ਼ੂਰੀ ਨਹੀਂ ਸੀ। ਮੈਂ ਅੱਖਾਂ ਚੁੱਕ ਕੇ ਵੇਖਿਆ। ਪਤਲੇ ਖਾਕੀ ਖੱਦਰ ਦਾ ਸੂਟ ਉਸ ਪਾਇਆ ਹੋਇਆ ਸੀ। ਦਰਜੀ ਕਿਸੇ ਨੇ ਸੀਤਾ ਕਾਨੂੰ ਉਹਦੇ ਅੰਗਾਂ ਦੁਆਲੇ ਢਾਲਿਆ ਜਾਪਦਾ ਸੀ। ਹੱਥੀਂ ਸੋਨੇ ਦੀ ਇੱਕ ਵੰਗ, ਸਿਰ 'ਤੇ ਮੋਟੀ ਮਲਮਲ ਦੀ ਗੁਲਾਬੀ ਚੁੰਨੀ। ਮਲਕਾ ਮੈਂ ਕੋਈ ਵੇਖੀ ਨਹੀਂ, ਪਰ ਇਸ ਮਲਕਾ ਦਾ ਸੁਪਨਾ ਮੈਨੂੰ ਕਦੇ ਕਦੇ ਆਉਂਦਾ ਸੀ। ਕੱਪੜੇ ਉਹਦੇ ਗਲ ਵੱਖਰੇ ਹੁੰਦੇ ਸਨ, ਪਰ ਚਿਹਰਾ ਮੋਹਰਾ ਇਹਦੇ ਵਰਗਾ ਹੀ ਹੁੰਦਾ ਸੀ। ਮੈਂ ਹੌਸਲਾ ਕਰਕੇ ਬੋਲਿਆ, ਹਾਂ ਅਨੈਤੀਏ, ਇੱਕ ਵਾਰੀ ਨਹੀਂ 20 ਵਾਰੀ ਮੇਰੇ ਵਿਆਹ ਦੀ ਗੱਲ ਹੋਈ ਤੇ ਮੁੱਕੀ। ਖੇ ਭਾਵੇਂ ਮੈਂ ਕਿਸੇ ਇੱਕੋ ਜਿਹੀ ਕੁੜੀ ਨਾਲ ਨਖਾ ਲਈ ਹੋਵੇ, ਪਰ ਵਿਆਹ ਮੈਂ ਉਹਦੇ ਨਾਲ ਨਹੀਂ ਕਰ ਸਕਣਾ ਜਿਹਦੀ ਅੱਖ ਵਿੱਚ ਅੱਖ ਭਰ ਕੇ ਮੈਂ ਤੱਕ ਨਾ ਸਕਾਂ। ਤੇ ਕੀ ਮੈਂ ਤੇਰੇ ਐਸੇ ਮੇਚੇ ਉੱਤੇ ਪੂਰੀ ਉਤਰਾਂਗੀ? ਤੂੰ ਆਪ ਵੇਖ ਲੈ, ਮੈਂ ਤੱਕਿਆ ਏ ਕਈ ਵਾਰੀ ਤੇਰੇ ਵੱਲ। ਅੱਖਾਂ ਨੀਵੀਆਂ ਹੋ ਗਈਆਂ ਨੇ। ਚੰਗਾ, ਤੁਸੀਂ ਯਾਰ ਆਪੋ ਵਿੱਚ ਨਿਬੇੜਾ ਕਰ ਲਓ। ਮੇਰੀਆਂ ਅੱਖਾਂ ਨੀਵੀਆਂ ਹੋ ਗਈਆਂ ਨੇ। ਚੰਗਾ, ਤੁਸੀਂ ਯਾਰ ਆਪੋ ਵਿੱਚ ਨਿਬੇੜਾ ਕਰ ਲਓ, ਮੈਂ ਰਾਜੀ ਹਾਂ, ਜਿਵੇਂ ਆਖੋਗੇ। ਕੈਲਾ ਉੱਠ ਖਲੋਤਾ, ਪਰ ਮੇਰੇ ਬੁੱਲਾਂ 'ਤੇ ਇੱਕ ਗੱਲ ਆਈ। ਦਲੇਰੀ ਕਰਕੇ ਮੂੰਹੋਂ ਕੱਢ ਹੀ ਦਿੱਤੀ, ਪਰ ਅਨੈਤੀਏ, ਕੈਲੇ ਨੇ ਤੈਨੂੰ ਦੱਸ ਹੀ ਦਿੱਤਾ ਹੋਵੇਗਾ ਕਿ ਮੈਂ 10 ਨੰਬਰੀਆ ਬਦਮਾਸ਼ ਹਾਂ। ਫਿਰ ਮੈਥੋਂ ਖੜੋਤਾ ਨਾ ਰਿਹਾ ਗਿਆ। ਮੈਂ ਬਹਿ ਗਿਆ। ਦਿਲ ਮੇਰਾ ਧੱਕ ਧੱਕ ਕਰਦਾ ਤੇ ਅੱਖਾਂ ਮੇਰੀਆਂ ਅਨੈਤੀ ਦੇ ਬੁੱਲਾਂ ਉੱਤੇ ਜੁੜ ਗਈਆਂ। ਕੈਲੇ ਨੇ ਮੈਨੂੰ ਨਹੀਂ ਦੱਸਿਆ, ਪਰ ਆਈ ਗਈ ਮੈਨੂੰ ਬੜਾ ਕੁਝ ਦੱਸ ਗਈ ਏ। ਵਿੱਚ ਵਿੱਚ ਕਈ ਕਹਿੰਦੀਆਂ ਸਨ ਤੇ ਮੈਨੂੰ ਆਪੇ ਵੀ ਇਸਦੇ ਸੇ, ਤੂੰ ਬੰਦਾ ਮਾੜਾ ਨਹੀਂ। ਦੂਜੇ ਦਿਨ ਕੈਲੇ ਨੇ ਬਾਹਰ ਜਾਣ ਦੀ ਤਿਆਰੀ ਕਰ ਲਈ। ਅਨੈਤੀ ਨੇ ਚੂੜੀਆਂ ਲਾ ਕੇ ਉਹਨੂੰ ਦੇ ਦਿੱਤੀਆਂ। ਉਹ ਆਪਣੀ ਭਾਬੀ ਦੀਆਂ ਚੁਰਾ ਕੇ ਲਿਆਇਆ ਸੀ। ਕੈਲਾ ਮੰਨੇ ਨਾ, ਪਰ ਅਨੈਤੀ ਨੇ ਦੱਸਿਆ, ਸਿਰਫ ਤੇਰੀ ਖੁਸ਼ੀ ਲਈ ਕੈਲਿਆ ਮੈਂ ਇਹ ਪਾਈਆਂ ਸਨ। ਚੂੜੀਆਂ ਆਪਣੇ ਹੱਥੀਂ ਮੈਨੂੰ ਪਾਉਂਦੀਆਂ ਨਹੀਂ। ਮੇਰੇ ਯੋਰ ਦੇਣ 'ਤੇ ਕੈਲੇ ਨੇ ਚੂੜੀਆਂ ਲੈ ਲਈਆਂ। ਗੱਜ ਵੱਜ ਕੇ ਮੈਂ ਉਹਦਾ ਵਿਆਹ ਕੀਤਾ। ਕਿਹੜਾ ਸੀ ਜਿਹੜਾ ਸ਼ਾਮਲ ਨਾ ਹੋਇਆ? ਅਨੈਤੀ ਦਾ ਨਾਂ ਹਰਬੰਸ ਕੌਰ ਨਿਕਲਿਆ। ਮੈਂ ਉਹਨੂੰ ਬੰਸੋ ਹੀ ਆਖਦਾ ਹਾਂ। 50 ਵਿਗੇ ਮੇਰੇ ਹਿੱਸੇ ਆਉਂਦੇ ਸਨ, ਮੈਂ 20 ਲੈ ਕੇ ਸਭ ਦਾਵਾ ਛੱਡ ਦਿੱਤਾ। ਮੇਰਾ ਭਰਾ ਖੁਸ਼ ਹੋਇਆ। ਹਵੇਲੀ ਵੀ ਮੈਂ ਆਪਣੀ ਜ਼ਮੀਨ ਉੱਤੇ ਪਾ ਲਈ। ਇਸ ਹਵੇਲੀ ਦੀ ਉਸਾਰੀ ਨੇ ਸਾਨੂੰ ਦੋਹਾਂ ਨੂੰ ਇੱਕ ਕਰ ਦਿੱਤਾ। ਛੱਪੜ ਵਿੱਚ ਇੱਟਾਂ ਮੈਂ ਟੁਕੀਆਂ, ਸਿਰਾਂ 'ਤੇ ਅਸੀਂ ਟੋਈਆਂ। ਜਦੋਂ ਛੱਤ ਪੈ ਗਈ, ਅਸੀਂ ਆਪ ਹੀ ਲਿੰਬਿਆ, ਪੂਛਿਆ, ਧੋਲੇ, ਪਚੋਲੇ, ਜਾਲੀਆਂ, ਕਿੰਗਰੇ ਬੰਸੋ ਨੇ ਹੱਥੀਂ ਬਣਾਏ। ਮੇਰੀ ਦੁਨੀਆ ਦਾ ਹੁਲੀਆ ਬਦਲ ਗਿਆ। ਮੇਰੇ 20 ਵਿਗੇ ਭਰਾ ਦੀ 80 ਨਾਲੋਂ ਟੱਪ ਗਏ। ਉਹਦੇ 3 ਸੇਪੀ, ਮੇਰੀ ਇੱਕ ਬੰਸੋ ਤੇ ਬੰਸੋ ਦਾ ਇੱਕ ਮੈਂ। ਮੇਰੀ ਵਾਹੀ ਦੀਆਂ ਤੁਮਾਂ ਪੈ ਗਈਆਂ। ਕਹਿਣ ਸਿਆੜ ਕੱਢਦੇ ਜਿਵੇਂ ਮੁੰਡੇ ਡਰਾਇੰਗ ਦੀ ਕਾਪੀ 'ਤੇ ਲਕੀਰਾਂ ਮਾਰਦੇ ਨੇ। ਸਾਡੇ ਘਰ ਕਾਕਾ ਆਇਆ। ਬੰਸੋ ਨੇ ਦੀਪਾ ਉਹਦਾ ਨਾਂ ਰੱਖਿਆ। ਸਾਡੇ ਦੋਹਾਂ ਦੀਆਂ ਗੁਆਚੀਆਂ ਹਨੇਰੀਆਂ ਜ਼ਿੰਦਗੀਆਂ ਦਾ ਦੀਵਾ। ਉਹ ਰੋਜ਼ ਦੀਪੇ ਨੂੰ ਸ਼ਾਹ ਵੇਲੇ ਮੇਰੇ ਕੋਲ ਲੈ ਕੇ ਆਉਂਦੀ। ਕੁੱਛੜ ਦੀਪਾ, ਹੱਥ ਗਲਾਵੇਂ ਵਾਲੀ ਲੱਸੀ ਦੀ ਵਲਟੋਈ, ਸਿਰ ਉੱਤੇ ਪਿੜੀਆਂ ਵਾਲੇ ਪੋਣੇ ਵਿੱਚ ਬੱਧਾ ਰੋਟੀ ਦਾ ਛਿੱਕੂ। ਕਦੇ ਸੱਸੀ ਪੁੰਨੂ ਨੂੰ ਐਉਂ ਮਿਲਣੀ ਆਈ ਹੋਣੀ, ਨਾ ਹੀਰ ਨੇ ਰਾਂਝਣ ਲਈ ਐਉਂ ਵਾਲ ਵਾਹੇ ਤੇ ਕੱਪੜੇ ਮਟਕਾਏ ਹੋਣਗੇ ਜਿਉਂ ਮਿੱਟੀ ਨਾਲ ਮਿੱਟੀ ਹੋਏ ਕੇਰੂ ਲਈ। ਬੰਸੋ ਲਟਕਦੀ ਮਟਕਦੀ ਸ਼ਾਹ ਵੇਲਾ ਲੈ ਕੇ ਆਉਂਦੀ। ਸ਼ਾਹ ਵੇਲਾ ਮੇਰੀ ਉਡੀਕ ਸੀ, ਮੇਰੀ ਮਿਹਨਤ ਦਾ ਇਨਾਮ ਸੀ। ਇੱਕ ਦਿਨ ਦੂਰੋਂ ਵੇਖ ਕੇ ਮੈਂ ਬੋਲਦ ਥੰਮ ਲਏ। ਕਿੰਨਾ ਚਿਰ ਮੈਂ ਆਪਣੇ ਵੱਲ ਆਉਂਦੀਆਂ ਮਟਕਾਂ ਨੂੰ ਵੇਂਦਾ ਰਿਹਾ। ਕੋਲ ਆਈ ਦੇ ਕੁਛੜੋਂ ਦੀਪਾ ਫੜ ਕੇ ਮੈਂ ਚੁੰਮ ਲਿਆ। ਛਿੱਕੂ ਤੇ ਵਲਟੋਈ ਭੋਏ ਧਰ
ਉਸਨੇ ਵੀ ਦੀਪੇ ਨੂੰ ਉਸੇ ਤਰ੍ਹਾਂ ਚੁੰਮਿਆ। ਅਸੀਂ ਦੋਵੇਂ ਹੱਸ ਪਏ। ਮੱਖਣ ਦਿੱਤਾ, ਦਹੀਂ ਦਿੱਤਾ, ਕੁਝ ਹੋਰ ਵੀ ਦਿੱਤਾ। ਇਸ ਕੁਝ ਦਾ ਮੈਨੂੰ ਘੋਖਿਆਂ ਵੀ ਬਹੁਤਾ ਪਤਾ ਨਹੀਂ ਸੀ ਲੱਗਦਾ। ਬੰਸੋ ਰੋਜ਼ ਕੁਝ ਨਾ ਕੁਝ ਆਪਣੇ ਢੰਗ ਦਾ ਪਕਾ ਕੇ ਲਿਆਉਂਦੀ ਸੀ। ਮੈਂ ਖਾਂਦਾ ਰਿਹਾ। ਉਧਰੋਂ ਬੜੀ ਨੀਚ ਨਾਲ ਮੇਰੇ ਵੱਲ ਤੱਕਦੀ ਰਹੀ। ਬੰਸੋ, ਤੈਨੂੰ ਸਹੁੰ ਮੇਰੀ, ਦੱਸ ਕੀ ਵਹਿੰਦੀ ਸੇ? ਮੈਂ ਥਾਲੀ ਪੁੰਜੇ ਧਰ ਕੇ ਪੁੱਛਿਆ। ਵੇਂਦੀ ਸਾਂ ਉਹ ਕਿਹੋ ਜਿਹੀ ਮਾਂ ਹੋਵੇਗੀ ਜਿਸ ਇਹੋ ਜਿਹਾ ਮਨੁੱਖ ਜਣਿਆ। ਆਹ ਛਾਤੀ, ਆਹ ਮੋਢੇ ਤੇ ਆਹ ਲੋੜੇ ਦੀ ਉਹਨਾਂ ਵਿੱਚ ਜਾਨ। ਸਵਾਦ ਜਿਹਾ ਕੋਈ ਸਵਾਦ ਆਇਆ ਮੈਨੂੰ। ਮੈਂ ਫਿਰ ਦੀਪੇ ਨੂੰ ਬਾਹਾਂ ਵਿੱਚ ਵਲੇਟ ਲਿਆ ਤੇ ਬੰਸੋ ਵੱਲ ਤੱਕ ਕੇ ਦੀਪੇ ਨੂੰ ਮੈਂ ਇੰਨਾ ਚੁੰਮਿਆ ਕਿ ਉਹ ਛਿੱਥਾ ਪੈ ਕੇ ਰੋ ਪਿਆ। ਬੰਸੋ, ਅੱਜ ਮੈਨੂੰ ਸਮਝ ਆਈਏ ਕਿ ਤੂੰ ਕਿਉਂ ਪਹਿਲੀ ਨਜ਼ਰੇ ਮੇਰੇ ਦਿਲ ਵਿੱਚ ਧਸ ਗਈ ਓ। ਪਿਓ ਮੈਨੂੰ ਕਦੇ ਚੰਗਾ ਹੀ ਨਹੀਂ ਲੱਗਿਆ ਸੀ, ਨਾ ਭਰਾ ਤੇ ਨਾ ਆਪਣਾ ਆਪ। ਤਿੰਨੇ ਅਸੀਂ ਇੱਕੋ ਮੁੱਢੀ ਦੇ ਸਖੜੇ ਹਾਂ। ਮੈਂ ਬਦਨਾਮ ਹਾਂ, ਉਹ ਬਦਨਾਮ ਨਹੀਂ। ਪਰ ਮਾਂ ਮੇਰੀ ਬੰਸੋ ਘਰ ਵਿੱਚ ਵੱਖਰੀ ਸੀ। ਜਦੋਂ ਮੈਂ ਦੀਪੇ ਜਿੱਡਾ ਹੋਵਾਂਗਾ ਉਹ ਤੇਰੀ ਜਿੱਡੀ ਹੋਵੇਗੀ, ਪਰ ਮੈਨੂੰ ਜਦੋਂ ਦੀ ਸੰਭਾਲੇ ਉਹ ਤੇਰੇ ਨਾਲੋਂ ਵੱਡੀ ਸੀ। ਹੋਰ 8 ਵਰ੍ਹਿਆਂ ਨੂੰ ਤੂੰ ਹੂ ਬਹੂ ਉਹਦੇ ਵਰਗੀ ਹੋ ਜਾਏਂਗੀ। ਬਸ ਇੱਕ ਜਿੰਦ ਸੀ ਮੇਰੀ ਦੁਨੀਆ ਵਿੱਚ ਜਿਹੜੀ ਮੈਨੂੰ ਚੰਗੀ ਲੱਗੀ। ਉਹਨੂੰ ਵੀ ਮੇਰਾ ਪਿਓ ਮਾਰਦਾ ਸੀ। ਜਦੋਂ ਮਰ ਗਈ ਕੁਝ ਵੀ ਦੁਨੀਆ ਵਿੱਚ ਚੰਗਾ ਨਾ ਰਿਹਾ। ਇਸ ਲਈ ਹਰ ਇੱਕ ਨੂੰ ਭੰਨ ਤੋੜ ਦੁਖਾ ਰੁਲਾ ਕੇ ਮੈਨੂੰ ਤਸੱਲੀ ਹੁੰਦੀ ਸੀ। ਬੰਸੋ ਦੀਆਂ ਅੱਖਾਂ ਸਿੱਜ ਗਈਆਂ। ਉਸਨੇ ਦੀਪੇ ਨੂੰ ਗਲ ਨਾਲ ਕੁੱਟ ਲਿਆ। ਕਦੇ ਮੇਰਾ ਦੀਪਾ ਆਪਣੇ ਬਾਪੂ ਵਰਗਾ ਨਿਕਲੇ ਤੇ ਬੰਸੋ ਆਪਣੇ ਭਾਂਡੇ ਸਾਂਭਣ ਲੱਗ ਪਈ। ਬੰਸੋ, ਅੱਜ ਮੇਰਾ ਜੀਅ ਨਹੀਂ ਕਰਦਾ ਤੂੰ ਜਾਏ, ਪਰ ਮੇਰੀ ਪੈਲੀ ਦਾ ਵੱਤਰ ਧੁੱਪ ਚਟਦੀ ਪਈ ਜਾਂਦੀ ਏ। ਸੁਹਾਗਾ ਫੇਰ ਕੇ ਮੈਂ ਆਇਆ ਜਾਣ। ਕੋਈ ਕੰਮ ਤਾੜ ਰੱਖੀ ਜਿਹੜਾ ਘਰ ਕਰੀਏ। ਦੂਜੇ ਪੈਰ ਮੈਂ ਖੇਤਾਂ ਵੰਨੀ ਆਉਣਾ ਨਹੀਂ ਓ। ਹਾਂ, ਵਾਣ ਮੈਂ ਲਿਆਇਆ ਹੋਇਆ ਵਾ, ਮੰਜੀ ਉਣਾਂਗੇ। ਠੀਕ ਬੰਸੋ, ਮੁੰਝ ਦੀਆਂ ਰੱਸੀਆਂ ਵਿੱਚ ਅਸੀਂ ਆਪਣੇ ਦਿਲਾਂ ਦੀਆਂ ਪਿੜੀਆਂ ਪਾਵਾਂਗੇ। ਪਰ ਜ਼ਿਕਰ ਮਿੱਠੇ ਸੁਪਨੇ ਉੱਤੇ ਕੋਠਾ ਟਹਿ ਪਵੇ। ਆਂਢ ਗੁਆਂਢ ਮੇਰਾ ਇੱਕ ਪਾਗਲ ਹੋ ਗਿਆ। ਉਹ ਸ਼ੁਰਾ ਖੁੱਭ ਗਿਆ। ਹਮਸਾਏ ਵੈਰੀ ਹੋ ਗਏ। ਧੀ ਭੈਣ ਦਾ ਲਿਹਾਜ਼ ਨਾ ਰਿਹਾ। ਮੇਰਾ ਘਰ ਸ਼ੋਧੇ ਮੁਸਲਮਾਨਾਂ ਦਾ ਕਿਲ੍ਹਾ ਬਣ ਗਿਆ। ਤੁਹਾਨੂੰ ਯਾਦ ਹੋਵੇਗਾ, ਇੱਕ ਮਰਾਸਣ ਕੁੜੀ ਮੈਂ ਤੁਹਾਡੀ ਕੋਠੀ ਪਹੁੰਚਾ ਕੇ ਆਇਆ ਸਾਂ। ਇਹ ਕੁੜੀ ਮੇਰੇ ਭਰਾ ਨੇ ਘਰ ਪਾ ਲਈ ਸੀ। ਉਹਦੇ ਕੋਲੋਂ ਮੈਂ ਖੋਹ ਤਾਂ ਲਈ, ਪਰ ਉਹ ਭਰਾ ਸੀ, ਇਸ ਲਈ ਕੁੜੀ ਮੈਂ ਤੁਹਾਡੇ ਘਰ ਹਵਾਲੇ ਕਰ ਆਇਆ। ਮੈਨੂੰ ਯਾਦ ਆ ਕੇਰ ਸਿੰਘ ਜੀ, ਤੇ ਕਿੰਨੀ ਇੱਜ਼ਤ ਤੁਹਾਡੀ ਮੇਰੇ ਦਿਲ ਵਿੱਚ ਵੱਧ ਗਈ ਉਦੋਂ, ਜਦੋਂ ਬਹੁਤੇ ਲੋਕ ਭੂਤਨੇ ਦਿਸਣ ਲੱਗ ਪਏ ਸਨ। ਮੈਂ ਆਖਿਆ, ਉਹ ਦਿਨ ਵੀ ਲੰਘ ਗਏ ਸਰਦਾਰ ਜੀ। ਕੰਮ, ਕੁਦਰਤ, ਬੰਸੋ ਤੇ ਫਸਲਾਂ ਦੇ ਵਾਲੇ ਵਿੱਚ ਕੁਝ ਸਮਾਂ ਪਾ ਕੇ ਭੁੱਲ ਵੀ ਗਏ। ਮੇਰੀ ਕਿਸੇ ਪੈਲੀ ਵਿੱਚ ਘਾਹ ਦੀ ਤਿੰਨ ਨਹੀਂ ਸੀ ਦਿਸਦੀ। ਸਿੱਧੇ ਸਿਆਲਾਂ ਦੀਆਂ ਢੀਮਾਂ ਕਿਸੇ ਚੌਰਸ ਮੈਦਾਨ ਵਿੱਚ ਚੁਣੀਆਂ ਸੋਨੇ ਦੀਆਂ ਚਿਲਾਂ ਟਹਿਕਦੀਆਂ ਸਨ। ਇੱਕ ਦਿਨ ਵੇਖ ਮੈਂ ਫੁੱਲਿਆ ਨਹੀਂ ਸਾਂ ਸਮਾਂਦਾ ਕਿ ਜਵੰਦੇ ਟਾਂਗੇ ਵਾਲੇ ਦਾ ਮੁੰਡਾ ਸਾਹੋ ਸਾਹ ਆਇਆ ਮੇਰੇ ਕੋਲ। ਚਾਚਾ ਚੱਲ ਘਰ ਛੇਤੀ, ਇਸ ਵੇਲੇ ਪੁਲਿਸ ਆਈ ਹੋਈ ਏ। ਤੇ ਚਾਚੀ ਨੂੰ ਉਹਨਾਂ ਟਰੱਕ ਉੱਤੇ ਚਾੜ ਲਿਆ ਏ। ਮੇਰੇ ਸਿਰ ਵਿੱਚ ਜ਼ਿਕਰ ਕਿਸੇ ਡਾਂਗ ਕੱਢ ਮਾਰੀ। ਹੋਸ਼ ਹੀ ਨਾ ਰਹੀ ਮੈਨੂੰ ਉਸ ਵੇਲੇ। ਮੈਂ ਭੱਜਾ ਗਿਆ। ਸਾਡੀ ਹਵੇਲੀ ਕੋਲ ਸਾਰਾ ਪਿੰਡ ਇਕੱਠਾ ਹੋਇਆ ਸੀ। ਸਾਡੇ ਥਾਣੇ ਦੇ ਚੌਧਰੀ ਸਾਹਿਬ ਤੇ ਇੱਕ ਪਾਕਿਸਤਾਨੀ ਥਾਣੇਦਾਰ ਖੜੇ ਸਨ। ਪਾਕਿਸਤਾਨੀ ਪੁਲਿਸੀਏ ਟਰੱਕ ਵਿੱਚ ਚੜ੍ਹੇ ਸਨ। ਪਿਛਲੀ ਨੁਕਰੇ ਬੰਸੋ ਖਲੋਤੀ ਮੈਨੂੰ ਵੇਖ ਕੇ ਹੇਠਾਂ ਛਾਲ ਮਾਰਨ ਲੱਗੀ। ਮੈਂ ਲਲਕਾਰ ਕੇ ਆਖਿਆ, ਨਾ ਬੰਸੋ, ਛਾਲ ਨਾ ਮਾਰੀ। ਇਹਨਾਂ ਦਾ ਪਤੰਦਰ ਵੀ ਤੈਨੂੰ ਹੁਣ ਮੇਰੇ ਨਾਲ ਲਿਆ ਕੇ ਖਿਲਾਰੇਗਾ। ਸਾਰੇ ਚੁੱਪ ਵਰਤ ਗਈ। ਜਿਸ ਕਿਸੇ ਨੇ ਮੇਰੇ ਮੂੰਹ ਵੱਲ ਤੱਕਿਆ ਉਹ ਸਹਿਮ ਗਿਆ। ਹੁਣੇ ਕੁਝ ਹੋਇਆ। ਪਾਕਿਸਤਾਨੀ ਅਫਸਰ ਨੇ ਪਿਸਤੌਲ ਵੱਲ ਹੱਥ ਕੀਤਾ। ਮੈਂ ਕੜਕਿਆ, ਖਬਰਦਾਰ, ਬੜਾ ਨੇੜੇ ਖੜੋਤਾ ਹੂੰ। ਚੌਧਰੀ ਜੀ, ਇਹਨਾਂ ਨੂੰ ਸਮਝਾ ਲਓ, ਗੋਲੀ ਲੱਗੇ ਕੇਰੂ ਕੋਲੋਂ ਵੀ ਦੋ ਚੋਂ ਦੀ ਸੁੱਖ ਨਹੀਂ। ਮੈਨੂੰ ਗੁੱਸਾ ਇਹ ਨਹੀਂ ਕਿ ਤੁਸੀਂ ਬੰਸੋ ਨੂੰ ਲੈਣ ਆਏ ਹੋ, ਮੇਰਾ ਗੁੱਸਾ ਇਹ ਕਿ ਤੁਸੀਂ ਮੈਨੂੰ ਉਡੀਕਿਆ ਕਿਉਂ ਨਹੀਂ। ਚੌਧਰੀ ਨੇ ਪਾਕਿਸਤਾਨੀ ਅਫਸਰ ਨੂੰ ਆਖਿਆ, ਸ਼ੇਖ ਸਾਹਿਬ, ਮੇਰੀ ਜ਼ਿੰਮੇਵਾਰੀ ਤੇ ਤੁਸੀਂ ਬੰਸੋ ਨੂੰ ਟਰੱਕ ਤੋਂ ਹੇਠਾਂ ਉਤਾਰ ਦਿਓ। ਮੈਂ ਕੇਰੂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਸਭ ਨੇ ਸੁੱਖ ਮਨਾਈ। ਬੜਾ ਟਲੀ। ਬੰਸੋ ਮੇਰੇ ਨਾਲ ਆ ਖੜੋਤੀ। ਮੈਂ ਦੀਪੇ ਨੂੰ ਇੱਕ ਵਾਰੀ ਕੁੱਛੜ ਲੈ ਕੇ ਬੰਸੋ ਨੂੰ ਮੋੜ ਦਿੱਤਾ। ਹੁਣ ਦੱਸੋ ਚੌਧਰੀ ਜੀ, ਗੱਲ ਕੀ ਏ? ਫਸਾਦਾਂ ਤੋਂ ਪਹਿਲਾਂ ਦੀ ਬੰਸੋ ਮੇਰੇ ਕੋਲ ਏ। ਕਿਹਨੂੰ ਨਹੀਂ ਪਤਾ? ਕਿ ਤੁਹਾਨੂੰ ਨਹੀਂ ਪਤਾ? ਫਿਰ ਇਹਦੇ ਉੱਤੇ ਪਾਕਿਸਤਾਨੀ ਹੱਕ ਕੀਕਰ ਬਣਿਆ? ਚੌਧਰੀ ਨੇ ਮੈਨੂੰ ਸਮਝਾਇਆ ਕਿ ਇਸ ਵੇਲੇ ਸਾਡੀ ਸਰਕਾਰ ਦਾ ਹੁਕਮ ਇਹੀ ਆ ਕਿ ਕਿਸੇ ਤਰ੍ਹਾਂ ਵੀ ਮਾਪਿਆਂ ਦੀ ਮਰਜ਼ੀਓਂ ਬਿਨਾਂ ਪਿੱਛੇ ਰਹੀ ਮੁਸਲਮਾਨੀ ਸਾਨੂੰ ਮੋੜਨੀ ਪਏਗੀ। ਫਿਰ ਲੈ ਜਾਓ। ਮੈਂ ਆਖਿਆ, ਪਰ ਯਾਦ ਰੱਖਿਓ, ਦੋਵੇਂ ਸਰਕਾਰਾਂ ਪਛਤਾਉਣਗੀਆਂ ਇਸ ਘੜੀ ਨੂੰ। ਇੱਕ ਸਰਕਾਰ ਨੇ ਮੈਨੂੰ ਇਲਾਕੇ ਦੀ ਆਫਤ ਬਣਾ ਦਿੱਤਾ ਸੀ। ਇਸ ਬੰਸੋ ਨੇ ਮੈਨੂੰ ਇਲਾਕੇ ਦਾ ਖਿਦਮਤਕਾਰ ਬਣਾਇਆ ਸੀ। ਹੁਣ ਤੁਸੀਂ ਮੈਨੂੰ ਦੋ ਮੁਲਕਾਂ ਦੀ ਆਫਤ ਬਣਾ ਚੱਲੇ ਹੋ। ਜਾ ਬੰਸੋ ਜਾ, ਮਰ ਗਿਆ ਤੇਰਾ ਕੇਰ ਸਿੰਘ, ਜਿਉ ਪਿਆ ਮੇਰਾ ਪਿਓ ਦਾ ਕੇਰੂ। ਹੁਣ ਵੇਖੀਏ ਦੋਹਾਂ ਸਰਹੰਦਾਂ ਅੰਦਰ
ਕੌਣ ਮਰਦਾ ਤੇ ਕੌਣ ਜੀਂਦਾ ਏ। ਪਰ ਬੰਸੋ ਨੇ ਦੀਪੇ ਦਾ ਮੂੰਹ ਮੇਰੇ ਮੂੰਹ ਨਾਲ ਲਾ ਦਿੱਤਾ ਤੇ ਬੋਲੀ, ਨਹੀਂ ਮੇਰੇ ਦੀਪੇ ਦੇ ਬਾਪੂ, ਆਫਤ ਨਹੀਂ ਬਣੇਗਾ, ਖਿਦਮਤਕਾਰ ਹੀ ਰਹੇਗਾ। ਮੁਲਕ ਤੇ ਜਗੀਰਾਂ ਲੋਕ ਵੰਡਦੇ ਆਏ ਆ, ਲੱਗੇ ਦਿਲ ਅੱਜ ਤੱਕ ਕੋਈ ਵੰਡ ਨਹੀਂ ਸਕਿਆ। ਤੁਸੀਂ ਉਡੀਕੋ, ਬੰਸੋ ਆਈ ਕਿ ਆਈ। ਉਹਦਾ ਇਹ ਮੂੰਹ ਵੇਖ ਕੇ ਮੇਰਾ ਤਾਪ ਲੈ ਗਿਆ, ਅੱਖਾਂ 'ਚੋਂ ਕਹਿਰ ਉੱਡ ਗਿਆ। ਮੈਂ ਫਿਰ ਬੰਸੋ ਵੱਲ ਉਸੇ ਤਰ੍ਹਾਂ ਤੱਕਿਆ ਜਿਸ ਤਰ੍ਹਾਂ ਚੀਰਨੀਆਂ ਦਿੰਦੀ ਤੇ ਹੇਕਾਂ ਕੱਢਦੀ ਵੱਲ ਮੈਂ ਟੋਕੇ ਦੀ ਹੱਥੀ ਉੱਤੋਂ ਦੀ ਤੱਕਿਆ ਕਰਦਾ ਸਾਂ। ਠੀਕ, ਤੂੰ ਆਵੇਂਗੀ ਬੰਸੋ? ਹਾਂ ਦੀਪੇ ਦੇ ਬਾਪੂ। ਚੰਗਾ ਜਾ, ਮੈਂ ਉਡੀਕਾਂਗਾ, ਪਰ ਲਿਆ ਦੀਪਾ ਮੈਨੂੰ ਆਪਣੀ ਨਿਸ਼ਾਨੀ ਦੇ ਜਾ। ਨਹੀਂ ਦੀਪੇ ਦੇ ਬਾਪੂ, ਸਾਡੇ 20 ਵਿਗਿਆਂ ਵਿੱਚ ਚੱਪਾ ਪਾਉਂਦਾ ਨਹੀਂ ਜਿਹਦੇ ਵਿੱਚ ਮੇਰੀ ਨਿਸ਼ਾਨੀ ਨਹੀਂ, ਪਰ ਮੇਰੇ ਕੋਲ ਇਹੋ ਇੱਕ ਦੀਪਾ ਤੁਹਾਡੀ ਨਿਸ਼ਾਨੀ ਹੈ। ਟਰੱਕ ਤੁਰ ਗਿਆ। ਬੰਸੋ ਚੁੱਪ ਖੜੋਤੀ ਰਹੀ, ਮੋੜ ਤੋਂ ਦਿਸਣੋਂ ਹਟ ਗਈ, ਪਰ ਮੈਂ ਉੱਥੇ ਹੀ ਖੜੋਤਾ ਰਿਹਾ। ਚਾਚਾ ਚੱਲ ਕਰ, ਜਵੰਦੇ ਦੇ ਕਾਕੇ ਨੇ ਮੇਰੀ ਬਾਂਹ ਫੜ ਕੇ ਆਖਿਆ। ਚਾਚੀ ਚਲੀ ਗਈ, ਲੋਕ ਚਲੇ ਗਏ। ਕਾਕੇ ਨੂੰ ਜਵੰਦੇ ਕੋਲੋਂ ਪੁੱਛ ਕੇ ਮੈਂ ਆਪਣੇ ਘਰ ਰੱਖ ਲਿਆ। ਆਪਣੀ ਤੇ ਉਹਦੀ ਰਸਤ ਮੈਂ ਜਵੰਦੇ ਦੇ ਘਰ ਪਹੁੰਚਾ ਦਿੱਤੀ। ਕਾਕਾ ਹੀ ਸ਼ਾਹ ਵੇਲਾ ਮੇਰਾ ਲੈ ਕੇ ਆਉਂਦਾ। ਬੰਸੋ ਨੇ ਠੀਕ ਹੀ ਆਖਿਆ ਸੀ। ਹਰ ਚੱਪੇ ਉੱਤੇ ਉਹਦੀਆਂ ਨਿਸ਼ਾਨੀਆਂ ਸਨ। ਹਰ ਕਿੱਕਰ ਟਾਹਲੀ ਹੇਠਾਂ ਬਹਿ ਕੇ ਉਸ ਮੈਨੂੰ ਸ਼ਾਹ ਵੇਲਾ ਖਵਾਇਆ ਸੀ। ਮੇਰੇ ਨਾਲ ਕਣਕਾਂ ਵੱਢੀਆਂ, ਝੋਨਾ ਗੁੱਡਿਆ, ਮਿਰਚਾਂ ਤੋੜੀਆਂ, ਨਰਮੇ ਚੁਣੇ। 1-2 ਦਿਨ ਮੈਨੂੰ ਉਹਦੇ ਬਾਝੋਂ ਦੁਨੀਆ ਖਾਲੀ ਜਾਪੀ। ਫਿਰ ਉਹਦੇ ਅਖੀਰਲੇ ਬੋਲ ਕੰਨੀ ਵੱਜਣੇ ਸ਼ੁਰੂ ਹੋ ਗਏ, ਤੁਸੀਂ ਅਡੀਕੋ, ਬੰਸੋ ਆਈ ਕੇ ਆਈ। ਉਹ ਆਵੇਗੀ। ਮੇਰਾ ਸਿਮਰਨ ਹੋ ਗਿਆ। ਗੋਰੇ ਤੇ ਚੀਨੇ ਨਾਲ ਮੈਂ ਉਹਦੇ ਆਉਣ ਦੀਆਂ ਗੱਲਾਂ ਕਰਦਾ ਰਹਿੰਦਾ ਸਾਂ। ਉਹਨਾਂ ਦੇ ਗਲ ਟੱਲੀਆਂ ਬੰਸੋ ਲਿਸ਼ਕਾਈ ਰੱਖਦੀ ਸੀ। ਮਤਿਆ ਕੇ ਜੰਗਾਲੀਆਂ ਵੇਖ ਮੈਂ ਵੀ ਮਾਂਜਦਾ ਰਹਿੰਦਾ। ਕਿਸੇ ਉੱਚੀ ਲੰਮੀ ਤੀਵੀ ਨੂੰ ਵੇਖ ਕੇ ਮੈਂ ਜੋਗ ਖੜਾ ਲੈਂਦਾ, ਪਰ ਕੌਣ ਸੀ ਉਹਦੇ ਵਾਂਗ ਰੋਜ਼ ਧੋਤੇ ਕੱਪੜੇ ਪਾ ਕੇ ਸ਼ਾਹ ਵੇਲਾ ਲਿਆਉਣ ਵਾਲੀ। ਨੇੜਿਓਂ ਵੇਂਦਿਆਂ ਹੀ ਝੋਲਾ ਉੱਡ ਜਾਂਦਾ। 4 ਮਹੀਨੇ ਬੀਤ ਗਏ। ਕਟਣ ਦੀ ਥਾਂ ਆਸ ਵੱਧਦੀ ਗਈ। ਬੂਹੇ ਦੇ ਹਰ ਖੜਕੇ ਵਿੱਚ ਉਹਦੀ ਆਉਣ ਦੀ ਚੇਟਕ ਹੁੰਦੀ। ਹਰ ਨੱਠਾ ਆਉਂਦਾ ਉਹਦੀ ਸੂਹ ਲਿਆਇਆ ਜਾਪਦਾ। ਹਰ ਸੁਪਨਾ ਮੈਨੂੰ ਸਵੇਰੇ ਸੜਕ ਤੇ ਜਾ ਬਿਠਾਉਂਦਾ। ਤੱਕਦਾ ਰਹਿੰਦਾ, ਹਰ ਟਾਂਗਾ, ਹਰ ਰਾਹੀ ਦੂਰੋਂ ਉਹੀ ਦਿਸਦਾ। ਡਾਕੀਏ ਕੋਲੋਂ ਮੈਂ ਉਹਦੀ ਚਿੱਠੀ ਮੰਗਦਾ, ਪਰ ਕਿਤੋਂ ਉਹਦੀ ਵਾਹ ਤੱਕ ਨਾ ਆਈ। ਪੈਲੀਆਂ ਮੈਂ ਸਿੱਧੀਆਂ ਵਾਹੀਆਂ, ਗੋਰਾ ਚੀਨਾ ਮੈਂ ਤਕੜੇ ਕੀਤੇ, ਹਵੇਲੀ ਮੈਂ ਲਪਾ ਲਈ, ਖੁਰਲੀਆਂ ਮੈਂ ਪੱਕੀਆਂ ਕਰ ਲੀਆਂ, ਗੱਡੀ ਦੀ ਜੋੜੀ ਨਵੀਂ ਪਵਾ ਲਈ। ਉਹਦੇ ਲਈ ਮੰਜਾ ਢਾ ਕੇ ਮੈਂ ਬਿਸਤਰਾ ਕਰਨਾ ਵੀ ਸ਼ੁਰੂ ਕਰ ਦਿੱਤਾ। ਵੇਖ ਕੇ ਕਾਕੇ ਪੁੱਛਿਆ, ਚਾਚਾ ਅੱਜ ਚਾਚੀ ਨਹੀਂ ਆਉਣਾ ਏ? ਇੱਕ ਰਾਤੀ ਮੈਨੂੰ ਨੀਂਦਰ ਨਾ ਆਵੇ। ਢੇਰ ਪੈਰ ਰਹਿੰਦਿਆਂ ਚੰਨ ਚੜਿਆ। ਮੈਂ ਜੋਗ ਇੱਕ ਸੂਰਜ ਉਗਦੇ ਨੂੰ 2 ਵਿਗੇ ਪੁੱਟ ਸੁੱਟੇ। ਕਈ ਵਾਰੀ ਸੂਰਜ ਚੜ੍ਹਦਿਆਂ ਹੀ ਬੰਸੋ ਅੱਪੜ ਪੈਂਦੀ ਸੀ। ਸੂਰਜ ਚੜ੍ਹਦਾ ਉਹਨੂੰ ਬੜਾ ਚੰਗਾ ਲੱਗਦਾ ਸੀ। ਕਿੰਨਾ ਚਿਰ ਅਸੀਂ ਵੇਂਦੇ ਰਹਿੰਦੇ ਸਾਂ। ਅੱਜ ਉਹ ਮੈਨੂੰ ਬੜੀ ਯਾਦ ਆਈ। ਜੋਗ ਪੈਲੀ ਵਿੱਚ ਛੱਡ ਕੇ ਮੈਂ ਬੰਨੇ ਤੇ ਆ ਬੈਠਾ। ਜ਼ਿਕਰ ਬੰਸੋ ਕੋਲ ਵੇਂਦਾ ਰਿਹਾ ਕਿ ਕਿਤੇ ਉਹ ਵੀ ਐਸੇ ਸੂਰਜ ਨੂੰ ਵੇਂਦੀ ਹੋਵੇਗੀ। ਮੈਨੂੰ ਪਤਾ ਹੀ ਨਹੀਂ ਕਿਹੜੇ ਵੇਲੇ ਮੈਂ ਉਂਗਲਾ ਗਿਆ। ਕਾਕੇ ਨੇ ਝੂਣ ਕੇ ਜਗਾਇਆ, ਚਾਚੀ ਆ ਗਈ। ਭਾਈਏ ਦੇ ਟਾਂਗੇ ਤੇ ਚੜ੍ਹ ਕੇ ਰਾਤ ਸਾਰੀ ਤੁਰਦੀ ਚਾਚੀ ਅਟਾਰੀ ਆ ਕੇ ਬੈਠੀ ਹੋਈ ਸੀ। ਮੈਂ ਸ਼ਾਹ ਵਾਲਾ ਨਹੀਂ ਆਂਦਾ, ਚਾਚੀ ਨਾਲ ਰਲ ਕੇ ਖਾਵਾਂਗੇ। ਤੇ ਉਹ ਨੱਠ ਗਿਆ। ਮੈਂ ਵਾਚਾਂ ਹੀ ਮਾਰਦਾ ਰਹਿ ਗਿਆ। ਚਾਅ ਮੇਰੇ ਅੰਦਰ ਸਾਰੀ ਦੁਨੀਆ ਦਾ ਸੀ, ਪਰ ਕਾਹਲ ਕੋਈ ਨਹੀਂ ਸੀ। ਗੋਰੇ ਤੇ ਚੀਨੇ ਦੀ ਹੰਡਾਲੀ ਕਰਕੇ ਰਵਾਂ ਰਵੀ ਮੈਂ ਤੁਰ ਪਿਆ। ਰਾਹ ਵਿੱਚ ਕਈਆਂ ਮੁਬਾਰਕਾਂ ਦਿੱਤੀਆਂ। ਘਰ ਅੱਗੇ ਬੰਸੋ ਨਾਲ ਜਣੀ ਖਣੀ ਰਾਮਸਤ ਕਰ ਰਹੀ ਸੀ। ਮੈਨੂੰ ਵੇਖ ਕੇ ਬੰਸੋ ਨੇ ਦੀਪਾ ਚੁੱਕ ਲਿਆ ਤੇ ਮੇਰੇ ਕੋਲ ਆਈ। ਉਹਦੇ ਮੂੰਹ ਦੀ ਉਹ ਤਸਵੀਰ ਕੋਈ ਕਹਿ ਨਹੀਂ ਸਕਦਾ। ਮੇਰੀਆਂ ਅੱਖਾਂ ਵਿੱਚ ਅਜੇ ਵੀ ਉਸੇ ਤਰ੍ਹਾਂ। ਮੇਰੇ ਕੋਲ ਆ ਕੇ ਦੀਪਾ ਮੈਨੂੰ ਫੜਾ ਕੇ ਉਹ ਜੋਗ ਨੂੰ ਜੋ ਚੰਬੜੀ। ਹਾਏ ਮੇਰਾ ਚੀਨਾ, ਓਏ ਮੇਰਾ ਗੋਰਾ। ਇੱਕ ਨੂੰ ਛੱਡੇ ਦੂਜੇ ਨੂੰ ਗਲ ਪਾਵੇ, ਉਹਨਾਂ ਦੀਆਂ ਟੱਲੀਆਂ ਨੂੰ ਚੁੰਮੇ। ਦੀਪੇ ਦਾ ਬਾਪੂ ਲਿਸ਼ਕਾਂਦਾ ਰਿਹਾ ਏ। ਗੋਰੇ ਤੇ ਚੀਨੇ ਨੂੰ ਜੱਫੀਆਂ ਪਾ ਉਸ ਫਾਵਿਆਂ ਕਰ ਦਿੱਤਾ ਤੇ ਦੀਪੇ ਨੂੰ ਕੁੱਟ ਮੈਂ ਰੋਣ ਹਾਕਾ ਬਣਾ ਦਿੱਤਾ। ਉਸੇ ਘੜੀ ਹਵਾ ਦਾ ਇਹੋ ਜਿਹਾ ਬੁੱਲਾ ਆਇਆ ਕਿ ਲਾਲਟਨ ਬੁੱਝ ਗਈ। ਕੇਰ ਉੱਠਿਆ ਕਿ ਫਿਰ ਬਾਲੇ ਮੈਂ ਵਰਜ ਦਿੱਤਾ। ਰਹਿਣ ਦਿਓ ਕੇਰ ਸਿੰਘ ਜੀ, ਰਾਤ ਹੁਣ ਮੁੱਕਣ ਵਾਲੀ ਏ। ਤੁਸੀਂ ਜਰਾ ਤਾਂ ਲੱਕ ਲਾ ਲਵੋ ਤੇ ਮੈਂ ਤੁਹਾਡੀ ਪਿਆਰੀ ਕਹਾਣੀ ਨੂੰ ਦਿਲ ਦੀ ਪੱਟੀ ਉੱਕਰ ਲਵਾਂ। ਕੇਰੂ ਨੇ ਲੱਕ ਲਾਇਆ ਕਿ ਨਹੀਂ, ਪਰ ਮੇਰੀਆਂ ਅੱਖਾਂ ਲੱਗ ਗਈਆਂ। ਜਦੋਂ ਸਵੇਰੇ ਖੁੱਲੀਆਂ, ਦਿਨ ਚੰਗਾ ਚੜ੍ਹਿਆ ਤੇ ਘਰ ਬੰਸੋ ਦੇ ਕੰਮਾਂ ਨਾਲ ਭਰਿਆ ਪਿਆ ਸੀ। ਰੋਟੀ ਸਾਡੀ ਪੱਕ ਚੁੱਕੀ ਸੀ। ਅੰਦਰੀ ਬੌਂਕਰ ਫਿਰ ਗਈ ਸੀ ਤੇ ਬਾਹਰ ਖੁਰਲੀ ਉੱਤੇ ਗੋਰਾ ਤੇ ਚੀਨਾ ਪਚਕ ਕਰ ਰਹੇ ਸੀ ਤੇ ਬੰਸੋ ਗਾਂ ਹੇਠਾਂ ਬੈਠੀ ਧਾਰ ਕੱਢ ਰਹੀ ਸੀ।